ਇਹ ਆਪਣੇ ਕਾਰਪੋਰੇਟ ਵਰਲਡ ਨੂੰ ਇੱਥੇ ਲੈ ਕੇ ਆਉਣਾ ਚਾਹੁੰਦੇ, ਉੱਥੇ ਆਲਰੇਡੀ ਇਹ ਜਿਹੜਾ ਢਾਂਚਾ ਚੱਲ ਰਿਹਾ ਪਰ ਪੂਰੀ ਤਰ੍ਹਾਂ ਫੇਲ ਆ, ਕਿਉਂਕਿ ਜਿਹੜੀ ਕੰਟਰੈਕਟਿੰਗ ਖੇਤੀ ਦੇ ਕਰਕੇ ਉਹ ਲਾਹੇਵੰਦ ਨਹੀਂ ਰਹੀ ਤੇ 100 ਏਕੜ ਜਿਹੜਾ ਹੈਗਾ ਆ ਉਹਦੀ ਸਿਰਫ ਜਿਹੜੀ ਠੇਕਾ ਆ ਉਹ ਸਾਲ ਦਾ 1500 ਤੋਂ $2000 ਤੁਹਾਨੂੰ ਠੇਕਾ ਆ। ਕਿਉਂਕਿ ਤੁਹਾਨੂੰ ਦੱਸਿਆ ਉਹਨਾਂ ਨੇ ਇੱਕ ਸਿਸਟਮ ਬਣਾ ਦਿੱਤਾ ਕਿ FDA ਦੇ ਵਿੱਚ ਉਹ ਤੁਹਾਡੀਆਂ ਚੀਜ਼ਾਂ ਪਾਸ ਨਹੀਂ ਹੋਣੀਆਂ, ਕਿਉਂਕਿ ਤੁਸੀਂ ਉਹਨਾਂ ਦੇ ਮੁਤਾਬਕ ਜਿਹੜੀਆਂ ਹੈਗੀਆਂ ਸਪਰੇਅ ਨਹੀਂ ਕੀਤੀਆਂ ਜਾਂ ਖਾਦਾਂ ਨਹੀਂ ਪਾਈਆਂ। ਇਸ ਕਰਕੇ ਸਾਨੂੰ ਜੋ ਕੁਝ ਦਿਖਾ ਰਹੇ ਆ ਨਾ ਇਹ ਗੌਰਮੈਂਟਾਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਕਿਸਾਨ ਬਹੁਤ ਵਿਕਸਿਤ ਆ, ਉਹਨਾਂ ਦੇ ਵੱਡੇ ਵੱਡੇ ਟਰੈਕਟਰ ਦਿਖਾਲਦੇ ਆ, ਕੁਝ ਵੀ ਆ, ਕੱਖ ਨਹੀਂ ਇਹੋ ਜਿਹਾ। ਉਹਨਾਂ ਨੂੰ ਪੁੱਛ ਕੇ ਦੇਖੋ, ਸਾਰੇ ਉਹ ਕਰਜ਼ਿਆਂ ਦੇ ਥੱਲੇ ਬੈਠੇ ਆ। ਜਿਹੜੀ ਹੈਗਾ ਕੰਟਰੈਕਟਰ ਆ ਉਹਨੇ ਦੱਸਣਾ ਆ ਕਿ ਉਹਨੇ ਦਿਨ ਦੇਣੇ ਆ ਕਿ 15 ਦਿਨ ਬਾਅਦ ਇਹ ਵੱਢੀ ਜਾਣੀ ਆ। ਇਹ ਨਹੀਂ ਕਿ ਤੁਸੀਂ 16ਵਾਂ ਦਿਨ ਲੈ ਜਾਓਗੇ। ਜਿੰਨੇ ਦਿਨ ਬਾਅਦ ਉਹਨੇ ਕਿਹਾ ਆ ਤੁਹਾਨੂੰ ਉਦੋਂ ਨੂੰ ਹੀ ਕਰਨਾ ਪੈਣਾ। ਜਿੰਨੀ ਮਾਤਰਾ 'ਚ ਉਹਨਾਂ ਨੇ ਕਿਹਾ ਆ ਉਨੀ ਮਾਤਰਾ ਦੇ ਵਿੱਚ ਹੀ ਤੁਸੀਂ ਜਿਹੜੀ ਸਪਰੇਅ ਖਾਦ ਉਹ ਸਾਰਾ ਕੁਝ ਉਸੇ ਮਾਤਰਾ 'ਚ ਪੈਣਾ। ਆਪਣੀ ਮਰਜ਼ੀ ਦੇ ਨਾਲ ਨਹੀਂ ਕਰ ਸਕਦਾ। ਜੇ ਤੁਸੀਂ ਕਹੋ ਕਿ ਉਹ ਕਹਿ ਦੇਵੇ ਕਿ ਮੈਂ ਇਹਦੇ ਵਿੱਚ ਬੀ ਵੱਧ ਪਾ ਦੇਵਾਂ, ਇੱਦਾਂ ਨਹੀਂ ਪਾ ਸਕਦੇ। ਜੇ ਕਹੋ ਕਿ ਉਹ ਕਹਿ ਦੇਵੇ ਕਿ ਮੈਂ ਖਾਦ ਵੱਧ ਪਾ ਦੇਵਾਂ, ਆਪਣੀ ਮਰਜ਼ੀ ਨਾਲ ਅੱਗੇ ਪਿੱਛੇ ਦਿਨਾਂ ਦੇ ਵਿੱਚ ਪਾਣੀ ਦੇ ਦੇਵਾਂ, ਇਹ ਨਹੀਂ ਕਰ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਿੱਖ ਚੈਨਲ ਨਾਲ ਬਣੇ ਹੋਏ ਹੋ। ਮੈਂ ਮਨਦੀਪ ਸਿੰਘ। ਟਿੱਕਰੀ ਬਾਰਡਰ ਉੱਤੇ ਅਸੀਂ ਮੌਜੂਦ ਹਾਂ ਅਤੇ ਕੁਝ ਵੱਡੇ ਖੁਲਾਸੇ ਤੁਹਾਡੇ ਨਾਲ ਹੁਣ ਸਾਹਮਣੇ ਅਸੀਂ ਲੈ ਕੇ ਆਵਾਂਗੇ, ਕਿਉਂਕਿ ਸਰਕਾਰਾਂ ਵੱਲੋਂ ਇੱਕ ਗੱਲ ਆ ਜਿਹੜੀ ਪ੍ਰਚਾਰੀ ਜਾਂਦੀ ਰਹੀ ਹੈ ਕਿ ਜਿਹੜੇ ਨਵੇਂ ਖੇਤੀ ਕਾਨੂੰਨ ਨੇ ਇਹ ਵਿਦੇਸ਼ੀ ਖੇਤੀ ਢਾਂਚੇ ਉੱਤੇ ਆਧਾਰਿਤ ਨੇ ਤੇ ਵਿਦੇਸ਼ਾਂ ਦੇ ਜਿਹੜਾ ਖੇਤੀ ਢਾਂਚਾ ਹੈ ਉਹ ਬੜਾ ਪ੍ਰਫੁੱਲਤ ਹੈ, ਬੜਾ ਕਿਸਾਨਾਂ ਵਾਸਤੇ ਲਾਹੇਵੰਦ ਹੈ। ਪਰ ਸਾਡੇ ਨਾਲ ਰਵਿੰਦਰ ਸਿੰਘ ਮੌਜੂਦ ਨੇ ਜੋ ਕਿ ਵਿਦੇਸ਼ਾਂ ਤੋਂ ਆਏ ਨੇ, ਉਧਰ ਵੀ ਖੇਤੀ ਕੀਤੀ ਹੈ, ਜ਼ਮੀਨ ਦੇ ਵੀ ਮਾਲਕ ਨੇ, ਇੱਥੇ ਸੰਘਰਸ਼ ਦੇ ਵਿੱਚ ਵੀ ਡਟੇ ਹੋਏ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ ਵਿਦੇਸ਼ੀ ਢਾਂਚੇ ਬਾਰੇ। ਬੜੀ ਵੱਡੀ ਇਹਨਾਂ ਦੀ ਪਕੜ ਹੈ, ਬੜੀ ਵੱਡੀ ਸਮਝ ਰੱਖਦੇ ਨੇ ਵਿਦੇਸ਼ੀ ਢਾਂਚੇ ਦੇ ਕਿ ਉਧਰ ਖੇਤੀ ਕਿਸ ਢੰਗ ਦੇ ਨਾਲ ਕੀਤੀ ਜਾਂਦੀ ਹੈ ਅਤੇ ਜਿਹੜਾ ਢਾਂਚਾ ਭਾਰਤ ਦੇ ਵਿੱਚ ਸਰਕਾਰ ਲਾਗੂ ਕਰ ਰਹੀ ਹੈ ਜੋ ਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਪਹਿਲਾਂ ਤੋਂ ਲਾਗੂ ਹੈ, ਕੀ ਉਹ ਕਿਸਾਨਾਂ ਵਾਸਤੇ ਲਾਹੇਵੰਦ ਹੈ ਜਾਂ ਫਿਰ ਕਾਰਪੋਰੇਟ ਘਰਾਣਿਆਂ ਵਾਸਤੇ ਲਾਹੇਵੰਦ ਹੈ। ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜੇ ਦੇਸ਼ ਤੋਂ ਤੁਸੀਂ ਆਏ ਹੋ ਜੀ? ਮੈਂ ਵੀਰ ਜੀ ਆਪਣੇ ਕੈਨੇਡਾ ਤੋਂ ਆਇਆ ਜੀ ਜੀ ਤੇ ਸ਼ਹਿਰ ਟੋਰਾਂਟੋ ਤੋਂ। ਜੀ ਤੁਸੀਂ ਸਾਡੇ ਨਾਲ ਗੱਲਬਾਤ ਕਰਦੇ ਆ ਆਪਾਂ ਕਿ ਵਿਦੇਸ਼ਾਂ ਦੇ ਵਿੱਚ ਜਿਹੜਾ ਖੇਤੀ ਢਾਂਚਾ ਹੈ ਉਹ ਕਿਸ ਢੰਗ ਦਾ ਹੈ। ਤਾਂ ਤੁਸੀਂ ਕੈਨੇਡਾ ਇੱਕ ਬੜਾ ਵਿਕਸਿਤ ਦੇਸ਼ ਦੱਸਿਆ ਜਾਂਦਾ ਹੈ। ਆਪਣੇ ਪੰਜਾਬੀਆਂ ਦੀ ਗੱਲ ਕਹਿ ਲਈਏ ਕਿ ਭਾਰਤੀਆਂ ਦੀ ਪਹਿਲੀ ਪਸੰਦ ਹੈ ਬਾਹਰ ਜਾਣ ਦੇ ਵਾਸਤੇ ਕੈਨੇਡਾ। ਪਰ ਕੈਨੇਡਾ ਦਾ ਖੇਤੀ ਢਾਂਚਾ ਕੀ ਕਹਿੰਦਾ ਬਾਈ ਜੀ ਤੋਂ ਸੁਣਦੇ ਆ। ਦੇਖੋ ਵੀਰ ਜੀ, ਉੱਥੇ ਜਿਹੜਾ ਇਹ ਆਪਣੇ ਕਾਰਪੋਰੇਟ ਵਰਲਡ ਨੂੰ ਇੱਥੇ ਲੈ ਕੇ ਆਉਣਾ ਚਾਹੁੰਦੇ, ਉੱਥੇ ਆਲਰੇਡੀ ਇਹ ਜਿਹੜਾ ਢਾਂਚਾ ਚੱਲ ਰਿਹਾ ਪਰ ਪੂਰੀ ਤਰ੍ਹਾਂ ਫੇਲ ਆ। ਮੈਂ ਤੁਹਾਡੇ ਉਹਦੇ ਵਿੱਚ ਦੋ ਕੁ ਐਗਜ਼ਾਮਪਲਾਂ ਦੱਸ ਸਕਦਾ। ਅਸੀਂ ਜਿੱਦਾਂ 100 ਏਕੜ ਜ਼ਮੀਨ ਲਈ ਸੀਗੀ, ਉਹ ਇੱਕ ਬਿਜ਼ਨਸ ਪਰਪਸ ਨੂੰ ਲਈ ਸੀਗੀ। ਫਿਰ ਅਸੀਂ 30 ਏਕੜ ਹੋਰ ਲਈ, ਪਰ ਉਹ ਜਿੱਦਾਂ ਜ਼ਮੀਨ ਵਾਹੀਦਾਰ ਸੀਗੀ, ਪਰ ਅਸੀਂ ਉਹਦੇ ਉੱਤੇ ਸੋਚਿਆ ਕਿ ਚਲੋ ਹੈਗੀ ਭਾਵੇਂ ਬਿਜ਼ਨਸ ਨੂੰ, ਇਹਦੇ ਉੱਤੇ ਆਪਣੇ ਪਰਿਵਾਰਾਂ ਵਾਸਤੇ ਜਿਹੜਾ ਹੈਗਾ ਕਿ ਕੁਛ ਬੀਜਿਆ ਜਾਵੇ ਜਾਂ ਕਿਸੇ ਤਰ੍ਹਾਂ ਵੀ ਆ। ਅਸੀਂ ਟਰੈਕਟਰ ਵੀ ਲਿਆ, ਸਾਰਾ ਕੁਝ ਕੀਤਾ, ਪਰ ਜਦੋਂ ਅਸੀਂ ਬੀ ਲੈਣ ਦੇ ਵਾਸਤੇ ਕੋਸ਼ਿਸ਼ ਕੀਤੀ ਸਾਨੂੰ ਉਹਨਾਂ ਤੋਂ ਬੀ ਨਹੀਂ ਮਿਲੇ, ਜਿਹਦੇ ਵਾਸਤੇ ਕਿ ਸਾਨੂੰ ਬਾਰ-ਬਾਰ ਕਈ ਕੰਪਨੀਆਂ ਨੂੰ ਫੋਨ ਕੀਤਾ। ਪਰ ਉਹਨਾਂ ਦੀ ਇੱਕ ਹੋਰ ਗੱਲ ਸੀਗੀ ਕਿ ਜੇਕਰ ਤੁਸੀਂ ਪਹਿਲਾਂ ਰਜਿਸਟ੍ਰੇਸ਼ਨ ਕਰਾਓ ਕਿਸੇ ਵੀ ਕੰਟਰੈਕਟਿੰਗ ਦੇ ਥੱਲੇ। ਹਾਂਜੀ, ਪਰ ਬੀਜ ਕਿਉਂ ਨਹੀਂ ਮਿਲੇ? ਬੀਜ ਕਿਉਂਕਿ ਉਹ ਕੰਟਰੈਕਟਰ ਨੂੰ ਦਿੰਦੇ, ਜਿਹੜਾ ਦੇ ਵੱਡੇ ਘਰਾਣੇ ਆ ਉਹਨਾਂ ਨੂੰ ਜਿਹੜੇ ਹੈਗੇ ਕਿ ਨਾ ਕਿ ਆਮ ਤੁਸੀਂ ਜੇ ਚਾਹੋ ਤਾਂ ਅਸੀਂ ਜਿੱਦਾਂ ਕਹ ਲਓ ਕਿ ਬੀਜ ਲੈ ਕੇ ਤਾਂ ਆਪਣੇ ਖੇਤਾਂ ਵਿੱਚ ਗਾਲੀਏ, ਇੱਦਾਂ ਨਹੀਂ ਹੈਗਾ। ਉੱਥੇ ਤੁਹਾਨੂੰ ਔਰ ਸਾਲ ਇੱਕ ਪਹਿਲਾਂ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ, ਸਾਲ ਇੱਕ ਦੀ ਬੁਕਿੰਗ ਆ। ਤਾਂ ਫਿਰ ਤੁਹਾਨੂੰ ਆ ਦੂਜੀ ਗੱਲ ਕਿ ਉਹ ਵੀ ਕੋਆਪਰੇਟ ਘਰਾਣੇ ਜਿਹੜੇ ਕਿ ਵੱਡੇ ਆ ਉਹਨਾਂ ਨੂੰ ਦਿੰਦੇ ਆ। ਤੁਸੀਂ ਮੈਂ ਜੇ ਲੱਗਦਾ ਗੂਗਲ ਦੇ ਉੱਤੇ ਸਰਚ ਕਰਕੇ ਦੇਖ ਲਓ ਕਿ ਤੁਹਾਨੂੰ ਸੀਡ ਦੀ ਜਿਹੜੇ ਹੈਗੇ ਆ ਅਗਰ ਚਾਹੀਦਾ ਤਾਂ ਕਿੰਨੇ ਕੁਛ ਕਿਆ ਜਿਹਨਾਂ ਤੋਂ ਕਿ ਤੁਹਾਨੂੰ ਮਿਲਣਾ। ਤੁਹਾਨੂੰ ਇਹ ਆ ਕਿ ਆਮ ਖੁੱਲ੍ਹੇ ਆਮ ਜਿੱਦਾਂ ਆਪਾਂ ਨੂੰ ਇੱਥੇ ਪੰਜਾਬ ਦੇ ਵਿੱਚ ਜਿੱਥੋਂ ਮਰਜ਼ੀ ਕਿਸਾਨ ਜਾ ਕੇ ਖਾਦ ਲੈ ਸਕਦਾ, ਬੀ ਲੈ ਸਕਦਾ, ਇਹ ਚੀਜ਼ਾਂ ਉੱਥੇ ਨਾ ਮਿਲਦੀਆਂ ਕਿਉਂਕਿ ਉਹ ਕੰਟਰੈਕਟਿੰਗ ਦੇ ਵਿੱਚ ਆ। ਦੂਜੀ ਗੱਲ ਹੈ ਤੁਹਾਨੂੰ ਵੈਲਿਊ ਦੱਸਦਾ ਕਿ ਆਪਣੇ ਜ਼ਮੀਨਾਂ ਦੀ ਜੇਕਰ ਕਿਸਾਨੀ ਲਾਹੇਵੰਦ ਹੈ ਤਾਂ ਆਪਣੇ ਜਿਹੜੇ ਠੇਕਿਆਂ ਦੀ ਪ੍ਰਾਈਸ ਜ਼ਿਆਦਾ ਆ। ਅਗਰ ਉੱਥੇ ਕਿਉਂਕਿ ਜਿਹੜੀ ਕੰਟਰੈਕਟਿੰਗ ਖੇਤੀ ਦੇ ਕਰਕੇ ਉਹ ਲਾਹੇਵੰਦ ਨਹੀਂ ਰਹੀ ਤੇ 100 ਏਕੜ ਜਿਹੜਾ ਹੈਗਾ ਆ ਉਹਦੀ ਸਿਰਫ ਜਿਹੜੀ ਠੇਕਾ ਆ ਉਹ ਸਾਲ ਦਾ 1500 ਤੋਂ $2000 ਤੁਹਾਨੂੰ ਠੇਕਾ ਆ। ਇੱਕ ਕਿਲੇ ਦਾ ਜਾਂ ਨਹੀਂ ਜੀ, ਪੂਰੇ 100 ਏਕੜ ਦਾ। 100 ਏਕੜ ਦਾ? 100 ਏਕੜ ਦਾ ਸਾਲ ਦਾ, ਨਾਲੇ ਮੰਥਲੀ ਨਹੀਂ, ਸਾਲ ਦਾ $2000 ਤੋਂ 3000 ਦੇ ਵਿੱਚ ਤੁਹਾਨੂੰ ਠੇਕਾ ਆ। ਪੂਰੇ ਸਾਲ ਦਾ $2000 ਤੋਂ $3000 ਜਿਹੜਾ ਠੇਕਾ ਦਿੱਤਾ ਜਾਂਦਾ। ਜਿਵੇਂ ਕਿ ਆਪਣੇ ਭਾਰਤ ਤੇ ਪੰਜਾਬ ਦੀ ਗੱਲ ਕਰੀਏ, ਹਰਿਆਣੇ ਦੀ ਗੱਲ ਕਰੀਏ, ਇੱਥੇ ਛਮਾਹੀ ਬਾਅਦ ਜਿਹੜਾ ਠੇਕਾ ਦਿੱਤਾ ਜਾਂਦਾ ਜੀ, ਪਰ ਉੱਥੇ ਸਾਲ ਬਾਅਦ ਆ
ਤੇ ਕਿਉਂਕਿ ਉੱਥੇ ਖੇਤੀ ਲਾਹੇਵੰਦ ਨਹੀਂ ਰਹਿਣ ਦਿੱਤੀ ਆਮ ਦੇ ਵਾਸਤੇ, ਉਹ ਸਿਰਫ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਵਾਸਤੇ ਆ। ਤੁਸੀਂ ਦੇਖ ਲਓ ਅੱਜ ਜੇ ਕਾਰਗਿਲ ਵਾਲੇ ਜਾਂ ਦੂਸਰੇ ਵੀ ਵੱਡੀਆਂ ਫਰਮਾਂ ਆ, ਉਹਨਾਂ ਦੇ ਆਪਣੇ ਸ਼ਿਪ ਆ, ਉਹ ਆਪਣੇ ਕਿਉਂਕਿ ਉਹ ਐਗਰੀ ਦੇ ਵਿੱਚ ਆ ਗਏ ਆ। ਉਹ ਇਹ ਚੀਜ਼ਾਂ ਤੁਸੀਂ ਗੂਗਲ ਤੇ ਜਾਂ YouTube ਤੇ ਸਰਚ ਕਰਕੇ ਦੇਖੋ। 5000 ਏਕੜ ਵਾਲਾ ਜਿਹੜਾ ਕਿਸਾਨ ਆ, ਆਪਣੇ ਬਾਈਆਂ ਦੀਆਂ ਹੈਗੀਆਂ ਉਹਦੇ ਤੇ ਇੰਟਰਵਿਊਜ਼। 5000 ਏਕੜ ਵਾਲਾ ਕਿਸਾਨ ਆ ਜਿਹੜਾ ਆ, ਉਹ ਇੱਕ 50-60 ਹਜ਼ਾਰ ਦੀ ਜਿਹੜਾ ਕਹਿ ਲਓ ਕਿ ਸੈਲਰੀ ਦੀ ਕਰਦਾ ਆ ਜੌਬ ਕਿਤੇ ਵੀ, ਉਹਦੇ ਬਰਾਬਰ ਆ, ਉਹ ਤੋਂ ਉੱਪਰ ਨਹੀਂ ਹੈਗਾ। ਤੁਸੀਂ ਬੀਜਾਂ ਦੀ ਗੱਲ ਕੀਤੀ ਹੈ, ਜਿਵੇਂ ਕਿ ਆਪਾਂ ਉਰੇ ਦੇਖਦੇ ਹਾਂ ਆਪਣੇ ਪਿੰਡਾਂ ਦੇ ਵਿੱਚ ਢੋਲਾਂ ਦੇ ਵਿੱਚ ਅਸੀਂ ਅਗਲੇ ਸਾਲ ਵਾਸਤੇ ਜਿਹੜਾ ਬੀਜ ਆ ਸਟੋਰ ਕਰਕੇ ਰੱਖ ਲੈਂਦੇ ਆ, ਸਾਂਭ ਕੇ ਰੱਖ ਲੈਂਦੇ ਆ। ਕੀ ਉਧਰ ਵੀ ਇਦਾਂ ਬੀਜ ਨੂੰ ਸਟੋਰ ਕਰਨ ਦੀ ਇਜਾਜ਼ਤ ਹੈ ਜਾਂ ਨਹੀਂ ਜੀ? ਨਹੀਂ ਜੀ, ਇਦਾਂ ਨਹੀਂ ਤੁਸੀਂ ਕਰ ਸਕਦੇ। ਜਾਨੀ ਕਿ ਜਿੰਨਾ ਉਗਾਇਆ ਉਹ ਵੇਚਣਾ ਹੀ ਪਵੇਗਾ, ਆਪਾਂ ਘਰ ਨੂੰ ਖਾਣ ਜੋਗਾ ਵੀ ਨਹੀਂ ਰੱਖ ਸਕਦੇ। ਨਹੀਂ ਜੀ, ਉਹ ਜਿੱਦਾਂ ਕਹ ਲਓ ਥੋੜਾ ਬਹੁਤਾ ਤੁਸੀਂ ਜਿਹੜਾ ਹੈਗਾ ਉਹ ਰੱਖ ਸਕਦੇ, ਪਰ ਜਿਹੜਾ ਤੁਹਾਨੂੰ, ਕਿਉਂਕਿ ਤੁਸੀਂ ਬੀਜ ਹੀ ਨਹੀਂ ਸਕਦੇ ਬਿਨਾਂ ਕੰਟਰੈਕਟ ਤੋਂ। ਪਹਿਲਾ ਨੰਬਰ ਤੇ ਇਹੀ ਆ, ਜੇ ਹੁਣ ਆਪਾਂ ਕਹੀਏ ਕਿ ਕੰਟਰੈਕਟ ਤੋਂ ਬਿਨਾਂ ਬੀਜ ਸਕਦੇ ਹੋ, ਤੁਹਾਨੂੰ ਬੀਜ ਹੀ ਨਹੀਂ ਮਿਲਣਾ, ਤੁਸੀਂ ਬੀਜੋਗੇ ਕੀ? ਫਰਜ਼ ਕਰੋ ਕਿ ਮੇਰੇ ਕੋਲ ਉਧਰ ਬੀਜ ਪਿਆ ਅਤੇ ਮੈਂ ਬਿਨਾਂ ਕੰਟਰੈਕਟ ਤੋਂ ਬੀਜ ਲੈਣਾ, ਕੀ ਮੇਰੀ ਫਸਲ ਅੱਗੇ ਖਰੀਦੀ ਜਾਵੇਗੀ? ਨਹੀਂ ਜੀ, ਕਿਸੇ ਨੇ ਕਿਉਂਕਿ ਫਿਰ ਉੱਥੇ FDA ਦਾ ਕੰਡੀਸ਼ਨ ਆ ਜਾਣੀਆਂ ਕਿ ਕਿਉਂਕਿ ਤੁਹਾਨੂੰ ਦੱਸਿਆ ਉਹਨਾਂ ਨੇ ਇੱਕ ਸਿਸਟਮ ਬਣਾ ਦਿੱਤਾ ਕਿ FDA ਦੇ ਵਿੱਚ ਉਹ ਤੁਹਾਡੀਆਂ ਚੀਜ਼ਾਂ ਪਾਸ ਨਹੀਂ ਹੋਣੀਆਂ, ਕਿਉਂਕਿ ਤੁਸੀਂ ਉਹਨਾਂ ਦੇ ਮੁਤਾਬਕ ਜਿਹੜੀਆਂ ਹੈਗੀਆਂ ਸਪਰੇਅ ਨਹੀਂ ਕੀਤੀਆਂ ਜਾਂ ਖਾਦਾਂ ਨਹੀਂ ਪਾਈਆਂ। ਇਸ ਕਰਕੇ ਸਾਨੂੰ ਜੋ ਕੁਝ ਦਿਖਾ ਰਹੇ ਆ ਨਾ ਇਹ ਗੌਰਮੈਂਟਾਂ, ਕਿ ਬਾਹਰਲੇ ਦੇਸ਼ਾਂ ਦੇ ਵਿੱਚ ਕਿਸਾਨ ਬਹੁਤ ਵਿਕਸਿਤ ਆ, ਉਹਨਾਂ ਦੇ ਵੱਡੇ ਵੱਡੇ ਟਰੈਕਟਰ ਦਿਖਾਲਦੇ ਆ, ਕੁਝ ਵੀ ਆ, ਕੱਖ ਨਹੀਂ ਇਹੋ ਜਿਹਾ। ਉਹਨਾਂ ਨੂੰ ਪੁੱਛ ਕੇ ਦੇਖੋ, ਸਾਰੇ ਉਹ ਕਰਜ਼ਿਆਂ ਦੇ ਥੱਲੇ ਬੈਠੇ ਆ। ਤੁਸੀਂ ਗੱਲ ਕੀਤੀ ਸੀ ਕਿ ਅਸੀਂ ਉੱਥੇ ਖੇਤੀ ਕਰ ਰਹੇ ਸੀ ਤਾਂ ਟਰੈਕਟਰ ਵੀ ਲਿਆ, ਤਾਂ ਤੁਸੀਂ ਉਹ ਤਸਵੀਰਾਂ ਵੀ ਮੈਂ ਕਹਿੰਦਾ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ ਕਿ ਜੋ ਤੁਸੀਂ ਟਰੈਕਟਰ ਲਿਆ, ਕਿਉਂਕਿ ਇੱਕ ਪ੍ਰਮਾਣ ਦੇ ਰੂਪ ਹੋਣਾ ਚਾਹੁੰਦੇ ਆ ਕਿ ਜੋ ਵੀ ਖਬਰ ਪੇਸ਼ ਕੀਤੀ ਜਾ ਰਹੀ ਹੈ ਸਿੱਖ ਚੈਨਲ ਵੱਲੋਂ, ਇਹ ਇੱਕ ਤੱਥਾਂ ਦੇ ਆਧਾਰ ਤੇ ਪੇਸ਼ ਕੀਤੀ ਜਾ ਰਹੀ ਹੈ। ਅਸੀਂ ਇੱਥੇ ਕਿਸੇ ਨੂੰ ਫੜ ਕੇ ਇਦਾਂ ਨਹੀਂ ਗੱਲਾਂ ਨਹੀਂ ਕਰ ਰਹੇ, ਜੋ ਵੀ ਹੈ ਬਿਲਕੁਲ ਸੱਚਾਈ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਈ ਜੀ ਆਪਣੀ ਫੋਟੋ ਦਿਖਾ ਰਹੇ ਨੇ ਕਿ ਉਧਰ ਇਹ ਖੇਤੀ ਕਰਦੇ ਨੇ, ਤੇ ਇਹ ਟਰੈਕਟਰ ਦੀ ਫੋਟੋ ਹੈ, ਮੈਸੀ ਟਰੈਕਟਰ ਹੈ ਜਿਹਦੀ ਇਹ ਫੋਟੋ ਹੈ। ਬਾਈ ਜੀ ਫੋਟੋਆਂ ਦਿਖਾ ਰਹੇ ਨੇ, ਤੁਸੀਂ ਦੇਖੋ। ਬਾਈ ਜੀ ਕਿੰਨੀ ਕੀਮਤ ਦਾ ਇਹ ਟਰੈਕਟਰ ਲਿਆ ਸੀ? ਇਹ ਅਸੀਂ ਜਿੱਦਾਂ ਯੂਜ਼ਡ ਟਰੈਕਟਰ ਲਿਆ ਸੀ $55,000 ਦਾ, ਜੀ ਜੀ। ਤੇ ਪਰ ਉਹ ਕਹਿ ਲਓ ਕਿ ਇਹਦੇ ਨਾਲ ਵਾਹ ਕੇ ਜ਼ਮੀਨ ਫੁੱਲ ਵਰਗੀ ਬਣਾ ਵੀ ਦਿੱਤੀ, ਪਰ ਹੁਣ ਉਦਾਂ ਹੀ ਖਾਲੀ ਪਈ ਆ, ਕੁਝ ਵੀ ਨਹੀਂ ਕਰ ਸਕਦੇ। ਬਾਈ ਜੀ ਕਿਵੇਂ ਦੇਖਦੇ ਹੋ, ਵਿਦੇਸ਼ ਤੋਂ ਇੱਧਰ ਆਏ ਹੋ, ਸੇਵਾ ਕਰ ਰਹੇ ਹੋ, ਕਿਵੇਂ ਲੱਗਦਾ ਜੇਕਰ ਇਹ ਖੇਤੀ ਢਾਂਚਾ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਲਾਗੂ ਹੁੰਦਾ, ਕੀ ਭਵਿੱਖ ਬਣੂਗਾ ਸਾਡੇ ਲੋਕਾਂ ਦਾ, ਕੀ ਭਵਿੱਖ ਬਣੂਗਾ ਪੰਜਾਬ ਹਰਿਆਣੇ ਦਾ? ਭਵਿੱਖ ਸਾਡਾ ਜੀ ਇਹ ਆ ਜਾਣਾ ਕਿ ਜੋ ਪਹਿਲਾਂ ਮਜ਼ਦੂਰੀ ਬਿਹਾਰ ਦਾ ਮਜ਼ਦੂਰ ਕਰਦਾ ਸੀਗਾ, ਇੱਥੇ ਆਣ ਕੇ ਸਾਡੇ ਤੋਂ ਤਾਂ ਅਸੀਂ ਗਾਂਹ ਵੀ ਨਹੀਂ ਜਾ ਸਕਦੇ। ਸਾਡੀ ਜਿਹੜੀ ਹਾਲਤ ਆ, ਉਹਨਾਂ ਨੇ ਕਹਿ ਲਓ ਕਿ ਇਹਨਾਂ ਮਿਡਲ ਕਲਾਸ ਖਤਮ ਕਰਨ ਦਾ ਇੱਕ ਜਿਹੜਾ, ਕਿਉਂਕਿ ਕਿਸਾਨੀ ਇੱਕ ਮਿਡਲ ਕਲਾਸ ਚਾਹੁੰਦੇ ਆ, ਇਹ ਮਿਡਲ ਕਲਾਸ ਨੂੰ ਇੱਕ ਖਤਮ ਕਰਨ ਦਾ ਜਰੀਆ। ਕਿਉਂਕਿ ਅਸੀਂ ਇੱਕ ਸਿਰ ਅਣਖੀ ਲੋਕ ਆ, ਅਸੀਂ ਨਾ ਕਿਸੇ ਦੇ ਅੱਗੇ ਹੱਥ ਅੱਡ ਸਕਣਾ ਤੇ ਨਾ ਸਾਨੂੰ ਕਿਸੇ ਤਰ੍ਹਾਂ ਅਸੀਂ ਕਿਸੇ ਦੇ ਕੋਲੋਂ ਭੀਖ ਮੰਗ ਸਕਦੇ ਆ। ਤੇ ਇਸ ਕਰਕੇ ਇਹਨਾਂ ਦਾ ਇੱਕੋ ਹੀ ਆ ਕਿ ਇਹਨਾਂ ਨੂੰ ਹੋਰ ਤਾਂ ਨਹੀਂ ਕਿਸੇ ਤਰ੍ਹਾਂ ਮਾਰਿਆ ਜਾ ਸਕਦਾ। ਇਸੇ ਜਿਹੜੀ ਇੱਕੋ ਇੱਕ ਇਹਨਾਂ ਦਾ ਜਿਹੜਾ ਸਾਧਨ ਆ ਕਿਸਾਨ ਢਾਂਚੇ ਦੀ ਇੱਕ ਹੋਰ ਗੱਲ ਕਰਦੇ ਆ ਕਿ ਉੱਥੇ ਜਿਹੜਾ ਖਾਦ ਸਿਸਟਮ ਹੈ ਉਹ ਕਿਸ ਢੰਗ ਦਾ, ਕਿਉਂਕਿ ਇੱਥੇ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਭਾਰਤ ਦੇ ਵਿੱਚ ਅੰਨ ਉਗਾਇਆ ਜਾਂਦਾ ਉਹ ਵਿਦੇਸ਼ਾਂ ਦੇ ਵਿੱਚ ਵੇਚਣ ਦੇ ਲਾਇਕ ਨਹੀਂ ਹੈ, ਕਿਉਂਕਿ ਅਸੀਂ ਖਾਦਾਂ ਵੱਡੀ ਮਾਤਰਾ ਦੇ ਵਿੱਚ ਪਾਉਂਦੇ ਆ। ਕੀ ਕੈਨੇਡਾ ਦੇ ਵਿੱਚ ਵੀ ਖਾਦਾਂ ਨੂੰ ਵੱਡੀ ਮਾਤਰਾ ਦੇ ਵਿੱਚ ਵਰਤਿਆ ਜਾਂਦਾ? ਬਿਲਕੁਲ ਜੀ, ਖਾਦ ਪਾਈ ਜਾਂਦੀ ਆ। ਉਹ ਤੁਹਾਨੂੰ ਦੱਸਿਆ ਕਿ ਉਹ ਜਿਹੜੀ ਹੈਗਾ ਕੰਟਰੈਕਟਰ ਆ, ਉਹਨੇ ਦੱਸਣਾ ਆ ਕਿ ਉਹਨੇ ਦਿਨ ਦੇਣੇ ਆ ਕਿ 15 ਦਿਨ ਬਾਅਦ ਇਹ ਵੱਢੀ ਜਾਣੀ ਆ। ਇਹ ਨਹੀਂ ਕਿ ਤੁਸੀਂ 16ਵਾਂ ਦਿਨ ਲੈ ਜਾਓਗੇ, ਜਿੰਨੇ ਦਿਨ ਬਾਅਦ ਉਹਨੇ ਕਿਹਾ ਆ ਤੁਹਾਨੂੰ ਉਦੋਂ ਨੂੰ ਹੀ ਕਰਨਾ ਪੈਣਾ। ਜਿੰਨੀ ਮਾਤਰਾ 'ਚ ਉਹਨਾਂ ਨੇ ਕਿਹਾ ਆ, ਉਨੀ ਮਾਤਰਾ ਦੇ ਵਿੱਚ ਹੀ ਤੁਸੀਂ ਜਿਹੜੀ ਸਪਰੇਅ ਖਾਦ ਉਹ ਸਾਰਾ ਕੁਝ ਉਸੇ ਮਾਤਰਾ 'ਚ ਪੈਣਾ। ਜਾਨੀ ਕਿ ਖੇਤਾਂ ਦਾ ਮਾਲਕ ਹੈ ਜਿਹੜਾ ਉਹ ਕੰਟਰੈਕਟਰ ਬਣ ਜਾਂਦਾ, ਅਤੇ ਜਿਹੜਾ ਕਿਸਾਨ ਹੈ ਉਹ ਇੱਕ ਦਿਹਾੜੀਦਾਰ ਦੀ ਤਰ੍ਹਾਂ ਉੱਥੇ ਕੰਟਰੈਕਟਰ ਦੇ ਕਹੇ ਤੋਂ ਕੰਮ ਕਰਦਾ, ਜਿਵੇਂ ਕੰਟਰੈਕਟਰ ਕਹੂਗਾ ਉੱਥੇ ਉੱਕਣ ਕੰਮ ਕਰਨਾ ਪੈਂਦਾ। ਬਿਲਕੁਲ ਜੀ, ਆਪਣੀ ਮਰਜ਼ੀ ਦੇ ਨਾਲ ਨਹੀਂ ਕਰ ਸਕਦਾ। ਜੇ ਤੁਸੀਂ ਕਹੋ ਕਿ ਉਹ ਕਹਿ ਦੇਵੇ ਕਿ ਮੈਂ ਇਹਦੇ ਵਿੱਚ ਬੀ ਵੱਧ ਪਾ ਦੇਵਾਂ, ਇਦਾਂ ਨਹੀਂ ਪਾ ਸਕਦੇ। ਜੇ ਕਹੋ ਕਿ ਉਹ ਕਹਿ ਦੇਵੇ ਕਿ ਮੈਂ ਖਾਦ ਵੱਧ ਪਾ ਦੇਵਾਂ, ਆਪਣੀ ਮਰਜ਼ੀ ਨਾਲ ਅੱਗੇ ਪਿੱਛੇ ਦਿਨਾਂ ਦੇ ਵਿੱਚ ਪਾਣੀ ਦੇ ਦੇਵਾਂ, ਇਹ ਨਹੀਂ ਕਰ ਸਕਦਾ। ਕੰਟਰੈਕਟਿੰਗ ਦਾ ਮਤਲਬ ਇਹ ਆ ਕਿ ਤੁਸੀਂ ਜਿੰਨੇ ਦੱਸੇ ਹੋਏ ਪੈਮਾਨਿਆਂ ਤੇ ਜਿਹੜੀਆਂ ਚੀਜ਼ਾਂ ਕਰਨੀਆਂ, ਟਾਈਮਿੰਗ ਤੇ ਕਰਨੀਆਂ, ਉਸੇ ਟਾਈਮਿੰਗ ਤੇ ਹੋਊਗੀ, ਅੱਗੇ ਪਿੱਛੇ ਨਹੀਂ ਕਰ ਸਕਦੇ। ਬਾਈ ਜੀ ਫਿਰ ਉਧਰ ਕਿਸਾਨਾਂ ਦੇ ਪੱਲੇ ਕੀ ਪੈਂਦਾ, ਇਹ ਜਾਣਨਾ ਚਾਹੁੰਦੇ ਆ ਕਿ ਆਮਦਨ ਕਿਵੇਂ ਨਿਕਲਦੀ ਹੈ, ਕਿੰਨੀ ਕੁ ਨਿਕਲਦੀ ਹੈ? ਬਹੁਤ ਆ ਜੀ, ਕਿਸਾਨਾਂ ਦਾ ਵੀ ਉੱਥੇ ਮੰਦਾ ਹਾਲ ਆ, ਰਾਈਟ। ਸਿਰਫ ਜਿਹੜੇ ਕਹਿ ਲਓ ਕਿ ਉੱਥੇ ਜਿਹੜੇ ਲੋਕ ਹੁਣ ਜਿੱਦਾਂ ਆਪਾਂ ਕਹਿ ਲਓ ਕਿ ਪੂਰਾ ਦੇਸ਼ ਆ ਇੰਡੀਆ, ਇੱਥੇ ਕਿੰਨਿਆਂ ਨੇ ਸਿਰ ਚੱਕਿਆ, ਇਸ ਉੱਥੇ ਵੀ ਇਸੇ ਤਰ੍ਹਾਂ ਹੀ ਲੋਕ ਆ ਕਿ ਜਿਹੜੇ ਕਹਿ ਲਓ ਕਿ ਮਜਬੂਰੀਆਂ 'ਚ ਵੱਜੇ ਹੋਏ ਆ। ਉਹ ਹੈਡ ਟੂ ਮਾਊਥ ਵਾਲਾ ਕੰਮ ਆ। ਇਹ ਉੱਥੇ ਕੋਈ ਕਿਸਾਨੀ ਇੰਨੀ ਵਧੀਆ ਨਹੀਂ ਹੈਗੀ, ਨਾ ਹੀ ਉੱਥੇ ਲੋਕੀ ਇੰਨੇ ਜੋਗੇ ਹੈਗੇ ਕਿ ਇੰਨੇ ਮੁਜ਼ਾਹਰੇ ਕਰ ਸਕਣ।
ਬਿਲਕੁਲ ਉੱਥੇ ਦੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਦਬਾਇਆ ਜਾ ਚੁੱਕਿਆ ਹੈ, ਉੱਠਣ ਜੋਗੇ ਨਹੀਂ ਛੱਡਿਆ ਗਿਆ। ਪਰ ਬਾਈ ਜੀ ਇੱਥੇ ਹੁਣ ਸੰਘਰਸ਼ ਦੇ ਵਿੱਚ ਡਟੇ ਹੋਏ ਹੋ, ਕਿਵੇਂ ਲੱਗਦਾ? ਵੀਰੇ ਇੱਥੇ ਤੇ ਇਹ ਆਪਸ ਵਿੱਚ ਭਾਈਚਾਰਕ ਸਾਂਝ, ਪਿਆਰ, ਸਾਰਾ ਕੁਝ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ। ਔਰ ਇਹ ਲੱਗਦਾ ਕਿ ਇਹ ਜਿਹੜੇ ਅੱਜ ਦੀ ਯੂਥ ਜਾਂ ਬਜ਼ੁਰਗ ਇਕੱਠੇ ਹੋ ਕੇ ਜੋ ਕੁਛ ਇਹਨਾਂ ਨੇ ਹਮਲਾ ਮਾਰ ਰਹੇ ਆ, ਇਹ ਇੱਕ ਦਿਨ ਜਿਹੜਾ ਹੈਗਾ ਦੂਰ ਨਿਗਾ ਕਿ ਜਿੱਦਣ ਸਾਨੂੰ ਸਾਡੇ ਹੱਕ ਜਿਹੜੇ ਆ ਉਹ ਮਿਲਣੇ ਹੀ ਆ। ਇਹ ਤੋਂ ਪਿੱਛੇ ਤਾਂ ਸਾਡੀ ਕੋਈ ਸਾਡੇ ਕੋਲ ਰਹਿ ਵੀ ਕੁਝ ਨਹੀਂ ਜਾਂਦਾ। ਜੇ ਤੋਂ ਪਿੱਛੇ ਗੱਲ ਕਰੀਏ ਤਾਂ ਕਹਿ ਲਓ ਪਿੱਛੇ ਖੂਹ ਆ ਜਿਹਦੇ ਵਿੱਚ ਡਿੱਗਾਂਗੇ, ਤੇ ਖੂਹ ਦੇ ਵਿੱਚ ਡਿੱਗਣਾ ਕੋਈ ਵੀ ਪਸੰਦ ਨਹੀਂ ਕਰਦਾ, ਜਾਣਾ ਅੱਗੇ ਨੂੰ ਹੀ ਪੈਣਾ। ਤੇ ਇਹ ਜੇ ਮੋਦੀ ਸਰਕਾਰ ਜਲਦੀ ਮੰਨ ਲੂਗੀ ਉਹਨਾਂ ਵਾਸਤੇ ਵੀ ਹਿੱਤ ਵਿੱਚ ਆ, ਜੇਕਰ ਨਹੀਂ ਮੰਨਣਗੇ ਤੇ ਹੋਰ ਸਮਾਂ ਲੱਗੂਗਾ। ਪਰ ਇਹ ਜਿੰਨੇ ਜਿਸ ਹਿਸਾਬ ਨਾਲ ਬੈਠੇ ਆ ਮੋਰਚੇ ਗੱਡ ਕੇ, ਇਹ ਇਦਾਂ ਹਿੱਲਣ ਵਾਲੇ ਹੈ ਨਹੀਂ ਕਿ ਨਾ ਇਹਨਾਂ ਨੇ ਜਾਣਾ। ਇਹਨਾਂ ਦਾ 550 ਸਾਲ ਦਾ ਇਤਿਹਾਸ ਆ। ਕਹਿ ਲਓ ਕਿ ਪੰਜਾਬੀਆਂ ਦਾ ਗੁਰੂ ਨਾਨਕ ਦੀ ਖੇਤੀ ਸੀਗੀ ਜਿਹਨੇ ਸਾਨੂੰ ਹਲ ਫੜਾਇਆ ਸੀ, ਤੇ ਇਦਾਂ ਛੱਡਣ ਨਹੀਂ ਲੱਗੇ। ਐਨਆਈਏ ਦੇ ਵੱਲੋਂ ਕਿਸਾਨ ਆਗੂਆਂ ਨੂੰ ਅਤੇ ਕੁਝ ਨੌਜਵਾਨ ਪੱਤਰਕਾਰਾਂ ਨੂੰ ਜਾਂ ਨੌਜਵਾਨ ਜਿਹੜੇ ਸੰਘਰਸ਼ ਦੇ ਵਿੱਚ ਸੰਘਰਸ਼ ਦੇ ਵਿੱਚ ਜਿਹੜੇ ਵੱਡੀ ਭੂਮਿਕਾ ਨਿਭਾ ਰਹੇ ਨੇ, ਉਹਨਾਂ ਨੂੰ ਇੱਕ ਸੰਮਣ ਭੇਜੇ ਜਾ ਰਹੇ ਨੇ, ਇੱਕ ਸੱਦੇ ਪੱਤਰ ਭੇਜੇ ਜਾ ਰਹੇ ਨੇ। ਕਿਵੇਂ ਦੇਖਦੇ ਹੋ? ਵਿਦੇਸ਼ ਚੋਂ ਆਏ ਹੋ, ਤੁਹਾਨੂੰ ਵੀ ਇਦਾਂ ਦਾ ਕੋਈ ਸੰਮਣ ਪੱਤਰ ਆਇਆ ਜਾਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ? ਨਹੀਂ ਜੀ, ਇਹੋ ਜਿਹਾ ਸਾਨੂੰ ਕੋਈ ਨਹੀਂ ਕੀਤਾ। ਜਿਹੜਾ ਹੈਗਾ ਕਿ ਸਿਰਫ ਜਦੋਂ ਆਏ ਆ ਉਦੋਂ ਉਹਨਾਂ ਨੇ ਜਿਹੜੇ ਕੁਆਚਣ ਆ ਕਿਸਾਨੀ ਬਾਰੇ, ਤੁਸੀਂ ਉੱਥੇ ਅੰਦੋਲਨ ਤੇ ਨਹੀਂ ਜਾ ਰਹੇ, ਇਹਨਾਂ ਬਾਰੇ ਪੁੱਛੇ ਆ। ਤੇ ਪਰ ਜਿੱਦਾਂ ਕਹ ਲਓ ਕਿ ਸਾਡੇ ਕੋਲ ਇੱਥੇ ਦਾ ਵੀਜ਼ਾ ਦੂਰੀ ਸੀਗੀ ਆਪਣੇ ਸਪੈਸ਼ਲ ਜਿਹੜਾ ਹੈਗਾ ਲਏ ਹੋਏ, ਤੇ ਉਹਦੇ ਕਰਕੇ ਸਾਨੂੰ ਜਿਹੜਾ ਆਉਣ ਦਾ ਕੋਈ ਪ੍ਰੋਬਲਮ ਨਹੀਂ ਆਈ। ਪਰ ਜਿਨ੍ਹਾਂ ਨੇ ਵੀਜ਼ੇ ਲਏ ਆ ਉਹਨਾਂ ਨੂੰ ਵੀਜ਼ਿਆਂ ਦੀ ਪ੍ਰੋਬਲਮ ਬਹੁਤ ਆ ਰਹੀ ਆ। ਪਰ ਇਹ ਮੇਰਾ ਕਹਿਣਾ ਕਿ ਜਿਹੜਾ ਹੁਣ ਇਹਨਾਂ ਨੇ ਜਿਹੜੀਆਂ ਆਪਣੀਆਂ ਸਰਕਾਰ ਦੀਆਂ ਨੀਤੀਆਂ ਆ, ਉਹਨਾਂ ਨੇ ਉਹ ਪੁਰਾਣੇ ਪੈਂਤੜੇ ਫੇਰ ਚਲਾਉਣੇ ਸ਼ੁਰੂ ਕੀਤੇ ਆ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਓ, ਇਹਨਾਂ ਨੂੰ ਪਰਚੇ ਪਾ ਕੇ ਡਰਾ ਲਓ। ਪਰ ਜਿਹਨਾਂ ਨੇ ਦੇਖੋ ਐਡੇ ਪਹਿਲਾਂ ਇੰਨੇ ਚਿਰ ਦਾ ਸੰਤਾਪ ਝੱਲਿਆ ਹੋਵੇ, ਉਹ ਇਹ ਪੁਰਾਣੇ ਉਹਨਾਂ ਵਾਸਤੇ ਚੀਜ਼ਾਂ, ਉਹਨਾਂ ਨੂੰ ਇਹ ਚੀਜ਼ਾਂ ਨਹੀਂ ਕੁਛ ਵੀ ਕਰ ਸਕਦੀਆਂ ਨਾ। ਇਹਨਾਂ ਨੇ ਇਹ ਚੀਜ਼ਾਂ ਨਾਲ ਮੁੜਨਾ, ਕਿਉਂਕਿ ਡਰ ਉਹਦੇ ਮਨ 'ਚ ਪਾਇਆ ਜਾ ਸਕਦਾ ਜਿਹਨੂੰ ਕੋਈ ਖੋਹਣ ਦਾ ਡਰ ਰਹਿ ਜਾਵੇ। ਜਦੋਂ ਸਾਡੇ ਪੱਲੇ ਹੀ ਕੱਖ ਨਹੀਂ ਰਹਿਣਾ ਤੇ ਸਾਡੇ ਕੋਲੋਂ ਕੀ ਹੋਰ ਇਹ ਤੋਂ ਵੱਧ ਅਸੀਂ ਕਿੱਥੇ ਚੱਲ ਜਾਵਾਂਗੇ? ਉਹਦੇ ਨਾਲ ਤਾਂ ਫਿਰ ਉਹਨਾਂ ਨੂੰ ਇਹ ਹੈ ਕਿ ਪਾਲੋ ਭਾਈ ਪਰਚੇ, ਤੁਸੀਂ ਆਪਣਾ ਕੰਮ ਕਰੀ ਚਲੋ, ਅਸੀਂ ਆਪਣਾ ਕਰੀ ਜਾਂਦੇ, ਅਸੀਂ ਤਾਂ ਬੈਠੇ ਹਾਂ ਡਟੇ ਇੱਥੇ। ਤੁਹਾਨੂੰ ਇੱਥੇ ਆਉਣ ਲੱਗਿਆ ਕਈ ਸਵਾਲਾਂ ਦਾ ਚਲੋ ਸਾਹਮਣਾ ਵੀ ਕਰਨਾ ਪਿਆ, ਪਰ ਹੁਣ ਕੀ ਲੱਗ ਰਿਹਾ ਹੈ ਕਿ ਕਿਸਾਨ ਸੰਘਰਸ਼ ਹੈ ਜਿਹੜਾ ਉਹ ਕਿਸ ਸਥਿਤੀ ਦੇ ਵਿੱਚ ਹੈ? ਇਹ ਜਿੱਤੇਗਾ? ਬਿਲਕੁਲ ਜੀ ਜਿੱਤੂਗਾ। ਟਾਲਿਆ ਇਹਦੇ ਵਿੱਚ ਦੋ ਰਾਵਾਂ ਵਾਲੀ ਹੈ ਨਹੀਂ। ਜਿੱਥੇ ਜਿੱਤੀ ਵਾਲੀ ਤਾਂ ਗੱਲ ਨਹੀਂ ਹੈ 1% ਵੀ। ਸਾਡੇ ਨਾਲ ਇੱਕ ਬੱਚਾ ਆ ਜਿਹੜਾ ਕਿ ਪਿਛਲੇ ਡੇਢ ਮਹੀਨੇ ਤੋਂ ਇਸੇ ਸੰਘਰਸ਼ ਵਿੱਚ ਬੈਠਾ ਆ। ਉਹ ਕਹਿੰਦਾ ਮੈਂ ਜਾਣਾ ਹੀ ਨਹੀਂਗਾ, ਉਹਦੇ ਮਾਪੇ ਘਰ ਆ, ਉਹ ਇੱਥੇ ਕਹਿੰਦਾ ਕਿ ਮੈਂ ਨਹੀਂ ਘਰੇ ਜਾਣਾ ਜਿੰਨਾ ਚਿਰ ਇਹ ਮੋਰਚਾ ਫਤਿਹ ਨਹੀਂ ਹੁੰਦਾ। ਜਿੱਥੇ ਬੱਚਿਆਂ ਵਿੱਚ ਇੰਨਾ ਜਜ਼ਬਾ ਆ, ਤੇ ਸ਼ਰਮੋ ਸ਼ਰਮੀ ਜਿਹੜਾ ਅੱਜ ਬੈਠਾ ਪੰਜਾਬ ਦੇ ਵਿੱਚ ਵੀ ਨੌਜਵਾਨ ਆ, ਉਹ ਉਹਨਾਂ ਨੂੰ ਦੇਖ ਕੇ ਆਪਣੇ ਆਪ ਇੱਥੇ ਆਉਣ ਦੀ ਕੋਸ਼ਿਸ਼ ਕਰ ਰਿਹਾ। ਇਹ ਬੱਚਾ ਆ ਜਿਹੜਾ ਕਿ ਪਿਛਲੇ ਡੇਢ ਮਹੀਨੇ ਤੋਂ ਇੱਥੇ ਬੈਠਾ ਹੋਇਆ। ਅਸੀਂ ਉਹ ਬੱਚਾ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਇੱਥੇ ਨਾਲੇ ਵਿੱਚ ਮੌਜੂਦ ਹੈ ਇਹ ਛੋਟਾ ਬੱਚਾ ਜੋ ਕਿ ਡੇਢ ਮਹੀਨੇ ਤੋਂ ਕਿਸਾਨ ਸੰਘਰਸ਼ ਦੇ ਵਿੱਚ ਡਟਿਆ ਹੋਇਆ। ਤਾਂ ਇਸ ਦੇ ਨਾਲ ਛੋਟੇ ਵੀਰ ਨਾਲ ਵੀ ਗੱਲਬਾਤ ਕਰਾਂਗੇ। ਛੋਟੇ ਵੀਰ, ਕਿਵੇਂ ਲੱਗਦਾ ਇੱਥੇ ਪਹੁੰਚੇ ਹੋ? हाँ इतना ही जब बैरिकेड तोड़ने पे जी तोड़ दांगे जी बैरिकेड। जब मोदी बैरिकेड तोड़ने पे मोदी दी मन की बात ही घाटी चलन देनी है जी। ਨਹੀਂ ਕੱਲੇ ਆਏ ਹੋ ਉਤੋਂ ਪਿੰਡੋਂ? ਕੱਲੇ ਆਏ ਹੋ? हाँ जी हाँ जी कल्ले आए जी। ਪਰਿਵਾਰ ਨੇ ਭੇਜ ਦਿੱਤਾ? हाँ जी हाँ जी फिर तां ही। ਉਹ ਰੋਕਿਆ ਨਹੀਂ ਕਿ ਕੱਲਾ ਹੈ, ਜੋ ਉਮਰ ਛੋਟੀ ਹੈ, ਦੂਰ ਬਹੁਤ ਜਾਣਾ, ਖਤਰਾ ਵੀ ਹੈ, ਪੁਲਿਸ ਵੀ ਉੱਥੇ ਹੈ, ਲਾਠੀ ਚਾਰਜ ਵੀ ਹੋ ਰਿਹਾ ਹੈ? नहीं नहीं इदा कहते सी नहीं जाना उत्थे ऐ हो जाऊगा, गोलियां चलनियां। मैं कहा कोई ना गुरु गोबिंद सिंह जी दे पुत्त आ, कोई ना शहीदी पा लांगे ते वड्डी कोई गल नहीं गी जी। ਕਿਆ ਬਾਤ ਹੈ ਜੀ। ਹੌਸਲੇ ਨੇ ਜਿਹੜੇ ਉਹ ਬਹੁਤ ਜ਼ਿਆਦਾ ਵੱਡੇ ਨੇ ਸਾਡੇ ਛੋਟੇ ਵੀਰ ਦੇ। ਉਮਰ ਤੋਂ ਬੜੇ ਬੁਲੰਦ ਹੌਸਲੇ ਸਾਡਾ ਵੀਰ ਲਈ ਫਿਰਦਾ ਹੈ। ਕੀ ਕਹਿਣਾ ਚਾਹੋਗੇ ਮੋਦੀ ਸਰਕਾਰ ਨੂੰ? ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਜੀ, ਕਾਲੇ ਕਾਨੂੰਨ ਵਾਪਸ ਲੈ ਲਿਆ ਤੇ ਫਾਇਦਾ ਕੋਈ ਨਹੀਂ। ਅੱਜ ਲੈ ਲੂਗਾ ਜਾਂ ਕੱਲ ਨੂੰ ਲੈਣੇ ਪੈਣੇ ਇਹਨੂੰ ਜੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤਾਂ ਨੌਜਵਾਨ ਦੇ ਹੌਸਲੇ ਬੜੇ ਬੁਲੰਦ ਨੇ। ਕਪੂਰਥਲੇ ਦੀ ਸੰਗਤ ਨਾਲ ਜਿਹੜੀ ਗੱਲਬਾਤ ਆ ਉਹ ਨਿਰੰਤਰ ਸਾਡੀ ਜਾਰੀ ਹੈ। ਸਾਡੇ ਨਾਲ ਇੱਕ ਸਾਡੇ ਹੋਰ ਵੀਰ ਮੌਜੂਦ ਨੇ, ਲਿਖਾਰੀ ਨੇ, ਲਿਖਦੇ ਨੇ ਕਿਸਾਨ ਸੰਘਰਸ਼ ਦੇ ਉੱਤੇ ਵੀ ਲਿਖ ਰਹੇ ਨੇ। ਤਾਂ ਸਾਡੀ ਕੋਸ਼ਿਸ਼ ਹੈ ਕਿ ਕਿਸਾਨ ਸੰਘਰਸ਼ ਦੇ ਉੱਤੇ ਜਿੰਨਾ ਵੀ ਲਿਖਿਆ ਜਾ ਰਿਹਾ ਉਹਨੂੰ ਲੋਕਾਂ ਦੇ ਸਾਹਮਣੇ ਜ਼ਰੂਰ ਲਿਆਂਦਾ ਜਾ ਸਕੇ। ਬਾਈ ਜੀ, ਤੁਹਾਡਾ ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਤੁਹਾਡਾ ਫਤਿਹ। ਨਾਮ ਕੀ ਹੈ ਜੀ? ਮੇਰਾ ਨਾਮ ਸੈਦੋਵਾਲੀ ਰਾਣਾ ਜੀ। ਜੀ ਜੀ। ਜੀ। ਤੁਸੀਂ ਕਿਸਾਨ ਸੰਘਰਸ਼ ਦੇ ਉੱਤੇ ਲਿਖ ਰਹੇ ਹੋ, ਕਦੋਂ ਤੋਂ ਲਿਖ ਰਹੇ ਹੋ? ਵੈਸੇ ਜੀ ਕਿਸਾਨ ਸੰਘਰਸ਼ ਜਦੋਂ ਸ਼ੁਰੂ ਪੰਜਾਬ ਵਿੱਚ ਹੀ ਹੋਇਆ ਸੀ, ਮੈਂ ਤਾਂ ਉਦੋਂ ਦਾ ਹੀ ਲਿਖੀ ਜਾਂਦਾ। ਵੈਸੇ ਇੱਕ ਕਵੀ ਦਾ ਫਰਜ਼ ਹੁੰਦਾ ਹੈ ਕਿ ਜੋ ਸਮਾਜਿਕ ਮੁੱਦੇ ਆ, ਜੋ ਜਨਤਾ ਦੇ ਮੁੱਦੇ ਆ, ਉਹ ਕਵੀ ਨੂੰ ਲਿਖਣੇ ਵੀ ਚਾਹੀਦੇ ਆ, ਤੇ ਅਸੀਂ ਲਿਖਦੇ ਵੀ ਆ ਰਹੇ ਹਾਂ। ਤੇ ਬਾਈ ਜੀ, ਇਹ ਲਿਖਣ ਦੀ ਆਦਤ ਤੁਹਾਡੀ ਵਾਹਵਾ ਪੁਰਾਣੀ ਹੈ ਜਾਂ ਕਿਸਾਨ ਸੰਘਰਸ਼ ਤੋਂ ਜਦੋਂ ਸ਼ੁਰੂ ਹੋਇਆ ਉਦੋਂ ਤੋਂ ਹੀ ਲਿਖਣ ਲੱਗੇ ਹੋ?
ਨਹੀਂ ਜੀ, ਲਿਖੇ ਤੋਂ ਇਹ ਕਿਲੋ ਗੋਡ ਗਿਫਟ ਆ ਕਿ ਪਤਾ ਨਹੀਂ ਕਦੋਂ ਲਿਖਣਾ ਸ਼ੁਰੂ ਕੀਤਾ ਹੈ, ਬਹੁਤ ਦੇਰ ਤੋਂ ਲਿਖਦੇ ਆ ਰਹੇ ਹਾਂ, 20-25 ਸਾਲ ਤੋਂ ਲਿਖਦੇ ਆ ਰਹੇ ਹਾਂ। ਪਰ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਜੋ ਸਮਾਜਿਕ ਮੁੱਦੇ ਆ, ਕੁਰਾਨ ਮੁੱਦੇ ਹੁੰਦੇ ਆ, ਉਹਨਾਂ ਤੇ ਕਵੀ ਨੂੰ ਲਿਖਣਾ ਹੀ ਬਣਦਾ। ਕਵੀ ਹੀ ਉਹਨੂੰ ਆਪਾਂ ਗਿਣਦੇ ਆ ਜਿਹੜਾ ਕਿ ਸਮਾਜਿਕ ਮੁੱਦਿਆਂ ਤੇ, ਕੁਰੰਟ ਮੁੱਦਿਆਂ ਤੇ ਲਿਖਦਾ ਹੈ। ਬਿਲਕੁਲ, ਜਿਹੜੇ ਕਵੀ ਹੁੰਦੇ ਨੇ ਜਾਂ ਕਲਾਕਾਰ ਹੁੰਦੇ ਨੇ, ਇਹ ਸਮਾਜ ਦੇ ਆਈਨਾ ਹੁੰਦੇ ਨੇ ਜੋ ਸਮਾਜ ਨੂੰ ਸ਼ੀਸ਼ਾ ਦਿਖਾਉਂਦੇ ਨੇ। ਤੁਸੀਂ ਆਪਣੀਆਂ ਲਿਖੀਆਂ ਕਵਿਤਾਵਾਂ ਜ਼ਰੂਰ ਸਾਡੇ ਲੋਕਾਂ ਦੇ ਨਾਲ ਸਾਂਝੀਆਂ ਕਰੋ, ਜਿਹੜੀਆਂ ਤੁਸੀਂ ਕਿਸਾਨ ਸੰਘਰਸ਼ ਦੇ ਉੱਤੇ ਲਿਖੀਆਂ ਨੇ। ਬਾਈ ਜੀ ਨੇ ਦੱਸਿਆ ਹੈ ਕਿ ਜਦੋਂ ਕਿਸਾਨ ਸੰਘਰਸ਼ ਪੰਜਾਬ ਦੇ ਵਿੱਚ ਚੱਲ ਰਿਹਾ ਸੀ, ਜਦੋਂ ਪੰਜਾਬ ਦੇ ਵਿੱਚ ਰੇਲ ਪਟਰੀਆਂ ਰੋਕੀਆਂ ਜਾ ਰਹੀਆਂ ਸੀ, ਉਸ ਵੇਲੇ ਦੀ ਗੱਲ ਕਰ ਰਹੇ ਨੇ। ਉਸ ਵੇਲੇ ਤੋਂ ਹੀ ਇਹਨਾਂ ਨੇ ਕਿਸਾਨ ਸੰਘਰਸ਼ ਦੇ ਉੱਤੇ ਲਿਖਿਆ ਹੈ। ਤਾਂ ਇਹਨਾਂ ਤੋਂ ਸੁਣਦੇ ਹਾਂ ਕਿ ਇਹਨਾਂ ਨੇ ਕਿਸਾਨ ਸੰਘਰਸ਼ ਦੇ ਉੱਤੇ ਜਿਹੜੀਆਂ ਕਵਿਤਾਵਾਂ ਲਿਖੀਆਂ ਨੇ। ਵੀਰ ਜੀ, ਕਿਸਾਨ ਸੰਘਰਸ਼ ਤੇ ਮੈਂ ਅੱਜ ਤੱਕ 4 ਕਵਿਤਾਵਾਂ ਲਿਖ ਚੁੱਕਾ ਤੇ ਉਹਨਾਂ ਵਿੱਚੋਂ ਮੈਂ ਇੱਕ ਕਵਿਤਾ ਜਿਹੜੀ ਆ ਉਹ ਲੇਟੈਸਟ ਲਿਖੀ ਆ ਥੋੜੇ ਦਿਨ ਪਹਿਲਾਂ, ਉਹ ਤੁਹਾਡੇ ਪੇਸ਼ ਕਰੂੰਗਾ। ਇਹਨਾਂ ਕਾਲਿਆਂ ਕਾਨੂੰਨਾਂ ਨੂੰ ਮੁੜਵਾ ਕੇ ਰਹਾਂਗੇ, ਅਸੀਂ ਦਿੱਲੀ ਦੀਆਂ ਚੂੜਾਂ ਨੂੰ ਹਿਲਾ ਕੇ ਰਹਾਂਗੇ। ਸਾਡਾ ਸਾਰਿਆਂ ਦਾ ਇੱਕ ਹੀ ਕਿਸਾਨੀ ਹੈ ਧਰਮ। ਜਿਵੇਂ ਕਦੇ ਸਾਨੂੰ ਅੱਤਵਾਦੀ ਗਰਦਾਨ ਦਿੰਦੇ ਆ, ਕਦੇ ਸਾਨੂੰ ਵੱਖਵਾਦੀ ਕਹਿੰਦੇ ਆ, ਕਦੇ ਖਾਲਿਸਤਾਨੀ ਕਹਿੰਦੇ ਆ, ਇਹ ਉਦੋਂ ਸੰਬੰਧਿਤ ਲੈਣਾ। ਸਾਡਾ ਸਾਰਿਆਂ ਦਾ ਇੱਕ ਹੀ ਕਿਰਤ ਹੈ ਧਰਮ, ਹਿੰਦੂ ਮੁਸਲਮ ਸਿੱਖ ਇਹ ਤਾਂ ਤੇਰਾ ਹੈ ਭਰਮ। ਸਭ ਮਾਨਸ ਕੀ ਜਾਤ ਸਮਝਾ ਕੇ ਰਹਾਂਗੇ, ਅਸੀਂ ਦਿੱਲੀ ਦੀਆਂ ਚੂੜਾਂ ਨੂੰ ਹਿਲਾ ਕੇ ਰਹਾਂਗੇ। ਜਿਹੜੇ ਆਖਦੇ ਨੇ ਇੱਥੇ ਇਕੱਠੇ ਹੋ ਗਏ ਅੱਤਵਾਦੀ, ਜੇ ਨਾ ਹੁੰਦੇ ਅੱਤਵਾਦੀ ਨਹੀਂ ਸੀ ਮਿਲਣੀ ਆਜ਼ਾਦੀ। ਤੁਹਾਡੇ ਮਾਫੀਨਾਮਿਆਂ ਦੀ ਡੰਡ ਪਾ ਕੇ ਰਹਾਂਗੇ। ਇੱਥੇ ਸਵਾਰਕਰ ਦੀ ਗੱਲ ਕੀਤੀ ਹੈ ਜੀ। ਤੁਹਾਡੇ ਮਾਫੀਨਾਮਿਆਂ ਦੀ ਡੰਡ ਪਾ ਕੇ ਰਹਾਂਗੇ, ਅਸੀਂ ਦਿੱਲੀ ਦੀਆਂ ਚੂੜਾਂ ਨੂੰ ਹਿਲਾ ਕੇ ਰਹਾਂਗੇ। ਹੋਰ ਹੋਣਗੇ ਉਹ ਜਿਹੜੇ ਜਾਂਦੇ ਵਿਕ ਸਰਕਾਰੇ, ਅਸੀਂ ਵਾਰਸ ਉਹਨਾਂ ਦੇ ਜਿਨ੍ਹਾਂ ਸਿਰ ਚੱਲੇ ਆਰੇ। ਅਸੀਂ ਸਿਰ ਨਾਲ ਸਿਦਕ ਨਿਭਾ ਕੇ ਰਹਾਂਗੇ, ਅਸੀਂ ਦਿੱਲੀ ਦੀਆਂ ਚੂੜਾਂ ਨੂੰ ਹਿਲਾ ਕੇ ਰਹਾਂਗੇ। ਸਾਡੀ ਮਾਂ ਹੈ ਜ਼ਮੀਨ, ਰੱਖੂ ਨਿਗਾਹ ਜੇ ਕੋਈ ਗੈਰ, ਸਿਰ ਵੱਢਾਂਗੇ ਅਬਾਨੀਆਂ ਨੇ ਧਰਿਆ ਜੇ ਪੈਰ। ਹੁੰਦੇ ਕਿਰਤੀ ਦੇ ਹੱਥ ਕੀ ਦਿਖਾ ਕੇ ਰਹਾਂਗੇ, ਅਸੀਂ ਦਿੱਲੀ ਦੀਆਂ ਚੂੜਾਂ ਨੂੰ ਹਿਲਾ ਕੇ ਰਹਾਂਗੇ। ਤੇਰੀ ਕੁਰਸੀ ਦੇ ਥੱਲੇ ਜੇ ਭੁਚਾਲ ਹੀ ਨਾ ਆਇਆ, ਤੇਰੀ ਕੁਰਸੀ ਦੇ ਥੱਲੇ ਜੇ ਭੁਚਾਲ ਹੀ ਨਾ ਆਇਆ, ਸਮਝ ਲਈ ਪੰਗਾ ਤੂੰ ਕਿਸਾਨ ਨਾ ਨਹੀਂ ਪਾਇਆ। ਰਾਣੇ ਪੋਚ ਤਰੇਲੀਆਂ ਲਿਆ ਕੇ ਰਹਾਂਗੇ, ਅਸੀਂ ਦਿੱਲੀ ਦੀਆਂ ਚੂੜਾਂ ਨੂੰ ਹਿਲਾ ਕੇ ਰਹਾਂਗੇ, ਅਸੀਂ ਦਿੱਲੀ ਦੀਆਂ ਚੂੜਾਂ ਨੂੰ ਹਿਲਾ ਕੇ ਰਹਾਂਗੇ। ਬਹੁਤ ਬਹੁਤ ਵਧੀਆ ਕਵਿਤਾ ਬਾਈ ਜੀ ਨੇ ਜਿਹੜੀ ਸੰਘਰਸ਼ ਦੇ ਉੱਤੇ ਲਿਖੀ ਹੈ। ਬਾਈ ਜੀ, ਅਸੀਂ ਇੱਕ ਹੋਰ ਕਵਿਤਾ ਦੀ ਬੇਨਤੀ ਜ਼ਰੂਰ ਕਰਾਂਗੇ ਕਿ ਤੁਸੀਂ ਕਿਹਾ ਕਿ 4 ਕਵਿਤਾਵਾਂ ਬਾਈ ਜੀ ਉਹਨਾਂ ਨੇ ਕਿਸਾਨ ਸੰਘਰਸ਼ ਦੇ ਉੱਤੇ ਲਿਖੀਆਂ ਨੇ, ਤਾਂ 2 ਜ਼ਰੂਰ ਅਸੀਂ ਇਹਨਾਂ ਤੋਂ ਇੱਥੇ ਸੁਣਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰਾਂਗੇ। ਦੂਜੀ ਕਵਿਤਾ ਵੀ ਬਾਈ ਜੀ ਤੋਂ ਸੁਣਦੇ ਹਾਂ। ਬਾਈ ਜੀ ਆਪਣੇ ਫੋਨ ਦੇ ਵਿੱਚ ਇਹਨਾਂ ਨੇ ਕਵਿਤਾਵਾਂ ਨੇ ਜਿਹੜੀਆਂ ਉਹ ਲਿਖ ਕੇ ਰੱਖੀਆਂ ਹੋਈਆਂ ਨੇ, ਉਹ ਬਾਈ ਜੀ ਹੁਣ ਸਾਡੇ ਨਾਲ ਜਿਹੜੀ ਦੂਜੀ ਕਵਿਤਾ ਹੈ ਉਹ ਸਾਂਝੀ ਕਰਨਗੇ। ਤਾਂ ਬਾਈ ਜੀ, ਅਸੀਂ ਚਾਹੁੰਦੇ ਹਾਂ ਕਿ ਜਿਹੜੀ ਦੂਜੀ ਕਵਿਤਾ ਹੈ ਉਹ ਵੀ ਤੁਸੀਂ ਇੱਥੇ ਲੋਕਾਂ ਦੇ ਨਾਲ ਜਿਹੜੀ ਉਹ ਸਾਂਝੀ ਕਰੋ ਜੀ। ਇੱਕ ਮਿੰਟ ਜੀ ਮੇਰੇ ਨਾਲ। ਜੀ ਬਾਈ ਜੀ ਕਵਿਤਾ ਨੂੰ ਲੱਭ ਰਹੇ ਨੇ ਤੇ ਬੇਸ਼ੱਕ ਜਿਹੜੇ ਕਵੀ ਹੁੰਦੇ ਨੇ ਵੱਡੀਆਂ ਤੇ ਕਈ ਕਵਿਤਾਵਾਂ ਲਿਖਦੇ ਨੇ। ਅੱਜ ਕੱਲ ਦਾ ਜਿਹੜਾ ਜ਼ਮਾਨਾ ਉਹ ਡਿਜੀਟਲ ਹੋ ਚੁੱਕਿਆ ਤੇ ਫੋਨ ਦੇ ਵਿੱਚ ਇੱਕ ਬੜਾ ਵਧੀਆ ਸਾਧਨ ਹੈ ਜੇ ਆਪਾਂ ਕਵਿਤਾਵਾਂ ਨੂੰ ਇਦਾਂ ਲੇਖਕ ਨੇ ਜਿਹੜੇ ਉਹ ਲਿਖ ਲੈਂਦੇ ਨੇ। ਤਾਂ ਬਾਈ ਜੀ ਨੇ ਵੀ ਇਦਾਂ ਹੀ ਲਿਖੀਆਂ ਹੋਈਆਂ ਨੇ। ਤਾਂ ਉਹ ਕਵਿਤਾ ਜਿਹੜੀ ਉਹ ਲੱਭ ਰਹੇ ਨੇ। ਤਾਂ ਬਾਈ ਜੀ ਦੇ ਨਾਲ ਗੱਲਬਾਤ ਆ ਜਿਹੜੀ ਸਾਡੀ ਨਿਰੰਤਰ ਜਾਰੀ ਆ। ਤਾਂ ਇਹਨੇ ਬਾਈ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਕਿ ਵਿਦੇਸ਼ੀ ਢਾਂਚੇ ਉੱਤੇ ਆਪਣੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਸੀ। ਭਾਰਤ ਦੇ ਤੇ ਵਿਦੇਸ਼ੀ ਢਾਂਚੇ ਦੇ ਵਿੱਚ ਕੀ ਕੀ ਅੰਤਰ ਦੇਖਦੇ ਹੋ? ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਅੰਤਰ ਹੈ ਜੀ। ਪਹਿਲਾ ਤਾਂ ਹੈਗਾ ਕਿ ਉੱਥੇ ਇਨਸਾਨੀਅਤ ਨੂੰ ਪਹਿਲ ਦੇ ਆਧਾਰ ਤੇ ਦੇਖਿਆ ਜਾਂਦਾ। ਅਗਰ ਕਿਸੇ ਤਰ੍ਹਾਂ ਵੀ ਕਹ ਲਓ ਕਿ ਇਨਸਾਨੀਅਤ ਦੀ ਗੱਲ ਆਉਂਦੀ ਆ ਤਾਂ ਉੱਥੇ ਜਿਹੜਾ ਹੈਗਾ ਇੱਕ ਸਿਸਟਮ ਆ, ਉਸ ਸਿਸਟਮ ਦੇ ਵਿੱਚ ਰਹਿ ਕੇ ਤੁਸੀਂ ਜਿਹੜਾ ਹੈਗਾ ਆਪਣੇ ਹੱਕ ਹਲੂਲ ਦੀ ਗੱਲ ਕਰ ਸਕਦੇ ਆ। ਉਹ ਕਿਸੇ ਤਰ੍ਹਾਂ ਦਾ ਵੀ ਹੱਕ ਹੋਵੇ ਤਾਂ ਉਹ ਕਹਿੰਦੇ ਤੁਸੀਂ ਮੰਗੋ, ਕੋਈ ਗੱਲ ਨਹੀਂ, ਹੱਕ ਤੁਹਾਡਾ ਮੰਗਣਾ ਪੀਸਫੁਲੀ ਤੁਸੀਂ ਪ੍ਰੋਟੈਸਟ ਕਰਦੇ ਆ, ਸਾਨੂੰ ਕੋਈ ਪ੍ਰੋਬਲਮ ਨਹੀਂ ਗੀ। ਜਿੰਨਾ ਚਿਰ ਤੁਸੀਂ ਵਾਇਲੈਂਸ ਨਹੀਂ ਕਰਦੇ ਉਹਨਾਂ ਚਿਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਤੁਸੀਂ ਆਪਣੇ ਹੱਕਾਂ ਨੂੰ ਜਦੋਂ ਮਰਜ਼ੀ ਉੱਥੇ ਜਿਹੜਾ ਗੌਰਮੈਂਟਾਂ ਦੇ ਕੋਲੋਂ ਮੰਗ ਸਕਦੇ ਆ। ਨਾ ਦੇਣਾ ਜਾਂ ਦੇਣਾ ਉਹ ਗੌਰਮੈਂਟਾਂ ਦੀ ਮਰਜ਼ੀ ਆ। ਨਾ ਦੇਣਾ ਬਿਲਕੁਲ ਤੁਸੀਂ ਕਿਹਾ ਕਿ ਵੱਖਰੀ ਗੱਲ ਹੈ ਜਾਂ ਗੌਰਮੈਂਟਾਂ ਦੀ ਮਰਜ਼ੀ ਆ। ਪਰ ਕੀ ਉੱਥੇ ਵੀ ਭਾਰਤ ਦੇ ਵਾਂਗ ਸ਼ਾਂਤਮਈ ਸੰਘਰਸ਼ ਕਰ ਰਹੇ ਲੋਕਾਂ ਨੂੰ ਤੇ ਡੰਡੇ ਵਾਰੇ ਜਾਂਦੇ ਨੇ, ਹੰਝੂ ਗੈਸ ਤੇ ਗੋਲੇ ਦਾਗੇ ਜਾਂਦੇ ਨੇ, ਪਾਣੀ ਦੀਆਂ ਬੁਛਾਰਾਂ ਕੀਤੀਆਂ ਜਾਂਦੀਆਂ ਨੇ? ਨਹੀਂ ਜੀ, ਇਹੋ ਜਿਹਾ ਨਹੀਂਗਾ। ਕੋਈ ਇੱਕ ਵਾਰੀ ਵੀ ਨਹੀਂ ਇਹੋ ਜਿਹਾ ਦੇਖਣ ਨੂੰ ਮਿਲਿਆ ਸਾਨੂੰ ਕਿ ਜਿੱਥੇ ਇਹੋ ਜਿਹਾ ਕਦੇ ਹੋਇਆ ਹੋਵੇ ਕਿ ਕਿਸੇ ਵੀ ਪ੍ਰੋਟੈਸਟ ਦੇ ਵਿੱਚ ਕਿ ਪੁਲਿਸ ਵਾਲਿਆਂ ਨੇ ਕੋਈ ਇਹੋ ਜਿਹੀ ਕਾਰਵਾਈ ਕੀਤੀ ਹੋਵੇ। ਤੁਹਾਨੂੰ ਇੱਕ ਨਿੱਕੀ ਜਿਹੀ ਐਗਜ਼ਾਮਪਲ ਅਮਰੀਕਾ ਦੀ ਦੱਸ ਦਿੰਦੇ ਆ ਕਿ ਅਮਰੀਕਾ ਦੇ ਵਿੱਚ ਪਿਛਲੇ ਦਿਨਾਂ ਦੇ ਜਿਹੜੀ ਸਰਕਾਰ ਸੀ ਉਹਦੇ ਸਮੇਂ ਦੇ ਵਿੱਚ ਇੱਕ ਪੁਲਿਸ ਵਾਲੇ ਦੇ ਕੋਲ ਇੱਕ ਕਾਲੇ ਬੰਦੇ ਦੀ ਗੋਲੀ ਵੱਜ ਕੇ ਡੈਥ ਹੋ ਗਈ ਸੀ। ਤੇ ਉਸ ਦੀ ਤੁਸੀਂ ਆਮ ਪਿਕਚਰ ਵੀ ਸਾਹਮਣੇ ਆਈ ਆ
ਕਿ ਜਿਹੜਾ ਨਵਾਂ ਪ੍ਰੈਜ਼ੀਡੈਂਟ ਉਸ ਬੰਦੇ ਨੇ ਪ੍ਰੈਜ਼ੀਡੈਂਟ ਨੇ ਆ ਕੇ ਉਸ ਬੱਚੇ ਦੇ ਕੋਲੋਂ ਮਾਫੀ ਮੰਗੀ, ਤੇਰਾ ਫਾਦਰ ਸਾਡੀ ਜਿਹੜੀ ਪੁਲਿਸ ਦੇ ਕੋਲੋਂ ਮਾਰਿਆ ਗਿਆ। ਇਹ ਆ ਉਹ ਲੋਕ, ਇਹ ਆ ਉਹਨਾਂ ਦੇ ਜਿਹੜੀ ਹੈਗੀ ਆ ਸੋਚ ਕਿ ਇਨਸਾਨੀਅਤ ਆ। ਜੇਕਰ ਸਾਡੇ ਤੋਂ ਗਲਤੀ ਹੋਈ ਆ ਤਾਂ ਪ੍ਰੈਜ਼ੀਡੈਂਟ ਨੇ ਗੋਡਾ ਥੱਲੇ ਲਾ ਕੇ ਦੋਨੇ ਹੱਥ ਜੋੜ ਕੇ ਜਿਹੜੀ ਹੈਗੀ ਆ ਬੱਚੇ ਦੇ ਕੋਲੋਂ ਮਾਫੀ ਮੰਗੀ ਕਿ ਸਾਡੀ ਪੁਲਿਸ ਦੇ ਕੋਲੋਂ ਤੇਰੇ ਜਿਹੜੇ ਫਾਦਰ ਦਾ ਕਤਲ ਹੋਇਆ। ਇਹ ਉਹ ਲੋਕ ਸੋਚ ਰੱਖਦੇ ਆ। 100 ਤੋਂ ਵੱਧ ਸ਼ਹੀਦੀਆਂ ਜਾਂ ਕਿਸਾਨ ਆਪਣੀ ਜਾਨ ਗਵਾ ਚੁੱਕੇ ਨੇ ਸੰਘਰਸ਼ ਦੇ ਵਿੱਚ। ਕੀ ਲੱਗਦਾ ਕਿ ਇੱਧਰ ਵੀ ਆ ਕੇ ਕੋਈ ਉਹਨਾਂ ਦੇ ਘਰਾਂ ਤੋਂ ਮਾਫੀ ਮੰਗੂਗਾ? ਨਹੀਂ ਜੀ, ਕਿਉਂਕਿ ਜਿੱਥੇ ਹੰਕਾਰ ਆ ਵੀਰ, ਉੱਥੇ ਸਹਿਜ ਵਾਲੀ ਗੱਲ ਨਹੀਂ ਹੈਗੀ। ਹੰਕਾਰ ਜਿਹੜਾ ਹੈਗਾ ਉਹ ਹਮੇਸ਼ਾ ਜਿਹੜਾ ਕਿ ਇਨਸਾਨੀਅਤ ਤੋਂ ਦੂਰ ਹੋ ਜਾਂਦਾ। ਉਸ ਇਸ ਟਾਈਮ ਸਮੇਂ ਦੇ ਜਿਹੜੇ ਹੁਕਮਰਾਨ ਆ ਉਹ ਇੱਕ ਹੰਕਾਰੀ ਸੁਰਤ ਲੈ ਕੇ ਜਿਹੜਾ ਹੈਗਾ ਚੱਲ ਰਹੇ ਆ, ਤੇ ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਇੱਕ ਟਾਈਮ ਵੀ ਆਣ ਕੇ ਇਹ ਜਿਹੜਾ ਹੈਗਾ ਕਿ ਜਿਹੜੇ ਸ਼ਹੀਦੀਆਂ ਪਾ ਰਹੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਵਾਸਤੇ ਦੋ ਸ਼ਰਧਾ ਦੇ ਫੁੱਲ ਵੀ ਭੇਟ ਕਰ ਲੈਣ। ਨਹੀਂ ਉਹ ਕਰ, ਪਰ ਸਾਡੇ ਦਿਲਾਂ ਦੇ ਵਿੱਚ ਵਸੇ ਹੋਏ ਸਾਡੇ ਜਿਹੜੇ ਸ਼ਹੀਦ ਹੋਏ ਆ ਅਸੀਂ ਉਹਨਾਂ ਨੂੰ ਕਦੇ ਭੁੱਲਣ ਨਹੀਂ ਦੇਵਾਂ। ਸਾਡੇ ਹਮੇਸ਼ਾ ਪਲਕਾਂ ਉੱਤੇ ਹੋ ਰਹਿਣੇ ਆ। ਧੰਨਵਾਦ ਬਾਈ ਜੀ ਦਾ। ਬਾਈ ਜੀ ਤੋਂ ਜਿਹੜੀ ਦੂਜੀ ਕਵਿਤਾ ਉਹ ਆਪਾਂ ਹੁਣ ਸੁਣ ਲੈਂਦੇ ਆ। ਬਾਈ ਜੀ ਦੂਜੀ ਕਵਿਤਾ ਜ਼ਰੂਰ। ਵੀਰ ਜੀ, ਜਦੋਂ ਨਾ ਕਿਸਾਨ ਨੇ ਪਹਿਲੀ ਲੀਡਰ ਦੇ ਨਾਲ ਗਾਇਆ, ਮੈਂ ਉਹਦੀ ਵੀ ਕਵਿਤਾ ਲਿਖੀ ਆ ਕਿ ਇਹ ਬੜੀ ਹਾਸੋਹੀਣੀ ਗੱਲ ਆ ਕਿ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ, ਜਦੋਂ ਇਹਨਾਂ ਨੂੰ ਅੰਨ ਦੀ ਲੋੜ ਸੀ ਉਦੋਂ ਸਾਨੂੰ ਜੈ ਵਾਲਾ ਨਾਅਰਾ ਵੀ ਇਹਨਾਂ ਨੇ ਦਿੱਤਾ ਰੇ, ਤੇ ਹੁਣ ਜਦੋਂ ਇਹਨਾਂ ਦੇ ਅੰਬਾਰ ਅਸੀਂ ਭਰ ਦਿੱਤੇ, ਗੋਦਾਮ ਭਰ ਦਿੱਤੇ ਆ, ਤੇ ਹੁਣ ਸਾਡੇ ਨਾਲ ਕਿਸਾਨਾਂ ਨਾਲ ਇਹ ਮੀਟਿੰਗ ਕਰਨ ਲਈ ਵੀ ਮੋਦੀ ਤਿਆਰ ਨਹੀਂ ਹੋਇਆ। ਇਹ ਉਦੋਂ ਲਿਖੀ ਸੀ। ਸਾਡੇ ਜਿਹੜਾ ਅਕਾਲੀ ਦਲ ਆ ਉਹਨੇ ਜਦੋਂ ਵੀ ਮੋਦੀ ਕਿਤੇ ਆਇਆ ਇਹਨੂੰ ਜਾਂ ਕਿਰਪਾਨ ਦਿੱਤੀ ਜਾਂ ਇਹਦੇ ਸਿਰ ਤੇ ਪੱਗ ਟਿਕਾਈ ਆ, ਬੜਾ ਮਾਣ ਦਿੱਤਾ। ਉਦੋਂ ਇੱਕ ਪੰਜਾਬੀ ਹੋਣ ਦੇ ਨਾਤੇ ਇਹ ਮੈਨੂੰ ਵੀ ਦੁੱਖ ਹੋਇਆ, ਤੇ ਉਹ ਉਸ ਸਮੇਂ ਦੀ ਇਹ ਕਵਿਤਾ ਲਿਖੀ ਜੀ। ਸਾਡੇ ਜਦ ਵੀ ਘਰ ਆਇਆ ਉਹ ਸਿਰ ਤੇ ਪੱਗ ਟਿਕਾਈ ਸੀ, ਆਪਣੇ ਘਰ ਚੋਂ ਬਾਹਰ ਨਿਕਲ ਗਿਆ ਜਦ ਸਾਡੀ ਵਾਰੀ ਆਈ ਸੀ। ਸਾਡੇ ਜਦ ਵੀ ਘਰ ਆਇਆ ਉਹ ਸਿਰ ਤੇ ਪੱਗ ਟਿਕਾਈ ਸੀ, ਆਪਣੇ ਘਰ ਚੋਂ ਬਾਹਰ ਨਿਕਲ ਗਿਆ ਜਦ ਸਾਡੀ ਵਾਰੀ ਆਈ ਸੀ। ਸਾਨੂੰ ਤੇ ਮਹਿਮਾਨ ਨਵਾਜ਼ੀ ਮਿਲੀ ਹੈ ਵੱਡ ਵਡੇਰਿਆਂ ਤੋਂ, ਅਸੀਂ ਤਾਂ ਉਹਦਾ ਧਰਮ ਬਚਾਉਣ ਲਈ ਆਪਣੀ ਪੱਗ ਲੁਹਾਈ ਸੀ। ਜੇਕਰ ਸਾਡੀ ਅਣਖ ਹੈ ਚੁੱਭਦੀ ਹਰ ਦਿੱਲੀ ਦੇ ਹਾਕਮ ਨੂੰ, ਜੇਕਰ ਸਾਡੀ ਅਣਖ ਹੈ ਚੁੱਭਦੀ ਹਰ ਦਿੱਲੀ ਦੇ ਹਾਕਮ ਨੂੰ, ਬਸ 9 ਮਾਸ ਦੇ ਰਿਸ਼ਤੇ ਵਾਲੀ ਝੂਠੀ ਕਿਉਂ ਰੱਟ ਲਾਈ ਸੀ। ਕੀ ਕੁਹਾੜੀ ਕਰ ਸਕਦੀ ਸੀ ਜੇ ਨਾ ਦਸਤਾ ਫਿੱਟ ਹੁੰਦਾ, ਕੀ ਕੁਹਾੜੀ ਕਰ ਸਕਦੀ ਸੀ ਜੇ ਨਾ ਦਸਤਾ ਫਿੱਟ ਹੁੰਦਾ। ਨੋਟਾਂ ਦੇ ਟਰੱਕਾਂ ਵਾਲੀ ਜਦ ਘਰ ਘਰ ਬੁਰਕੀ ਪਾਈ ਸੀ, ਭੁੱਖੇ ਢਿੱਡ ਜਦ ਕਿਸਾਨ ਦੇਸ਼ ਸੀ ਬੈਠਾ, ਕਿਸਾਨ ਨਾ ਸੁੱਤਾ ਰਾਤਾਂ ਨੂੰ। ਭੁੱਖੇ ਢਿੱਡ ਜਦ ਦੇਸ਼ ਸੀ ਬੈਠਾ, ਕਿਸਾਨ ਨਾ ਸੁੱਤਾ ਰਾਤਾਂ ਨੂੰ। ਭੋਲਿਆ ਜੱਟਾ ਤੇਰੀ ਜੈ ਜੈ ਕਰਕੇ ਉਦੋਂ ਫੂਕ ਛਕਾਈ ਸੀ। ਭੋਲਿਆ ਜੱਟਾ ਤੇਰੀ ਜੈ ਜੈ ਕਰਕੇ ਚੋਖੀ ਫੂਕ ਛਕਾਈ ਸੀ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਗੱਲਬਾਤ ਕਰ ਰਹੇ ਹਾਂ ਲਗਾਤਾਰ ਟਿੱਕਰੀ ਬਾਰਡਰ ਦੇ ਉੱਤੇ ਅਸੀਂ ਮੌਜੂਦ ਹਾਂ। ਉੱਥੇ ਦੇ ਲੋਕਾਂ ਦੇ ਨਾਲ, ਕਿਸਾਨ ਜਿਹੜੇ ਧਰਨੇ ਉੱਤੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਤਾਂ ਅਸੀਂ ਤੁਹਾਨੂੰ ਕੈਨੇਡਾ ਜਿਹੜਾ ਕਿ ਪੰਜਾਬੀਆਂ ਦੀ ਪਹਿਲੀ ਪਸੰਦ ਕਿਹਾ ਜਾਂਦਾ ਵਿਦੇਸ਼ ਜਾਣ ਦੇ ਤੌਰ ਤੇ, ਉਹਦਾ ਖੇਤੀਬਾੜੀ ਮਾਡਲ ਵੀ ਤੁਹਾਡੇ ਸਾਹਮਣੇ ਰੱਖਿਆ। ਬਾਈ ਜੀ ਜਿਹੜੇ ਖੇਤੀ ਉਧਰ ਕਰਦੇ ਨੇ ਉਹਨਾਂ ਦੇ ਜ਼ੁਬਾਨੀ ਤੁਹਾਨੂੰ ਅਸੀਂ ਉਸ ਮਾਡਲ ਦੀ ਜਾਣਕਾਰੀ ਜਿਹੜੀ ਉਹ ਦਵਾਈ ਹੈ। ਤੁਸੀਂ ਹੁਣ ਸਿੱਖ ਚੈਨਲ ਦੇ ਨਾਲ ਬਣੇ ਰਹੋ। ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।